ਡੀਅਰ ਸਟੂਡੈਂਟ, ਅੱਜ ਦੇ ਲੈਕਚਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਲਾਸਟ ਲੈਕਚਰ ਦੇ ਵਿੱਚ ਅਸੀਂ ਕਰੰਟ ਇਲੈਕਟ੍ਰਿਸਿਟੀ ਬਾਰੇ ਡਿਸਕਸ ਕਰ ਰਹੇ ਸੀ, ਜਿਹਦੇ ਵਿੱਚ ਅਸੀਂ ਸਟੱਡੀ ਕੀਤਾ ਕਿ ਕਰੰਟ ਇਜ਼ ਦ ਚਾਰਜ ਫਲੋਇੰਗ ਪਰ ਯੂਨਿਟ ਟਾਈਮ। आई ਦਾ ਮਤਲਬ ਕਰੰਟ, Q ਜਿਹੜਾ ਚਾਰਜ ਫਲੋ ਕੀਤਾ ਕਿਸੇ ਕ੍ਰੋਸ ਸੈਕਸ਼ਨ ਏਰੀਆ ਦੇ ਵਿੱਚੋਂ in a unit time. This is the formula for current if the charge flowing is uniform in the given time interval. जेकर rate of flow of charge constant है, ਉਦੋਂ ਤੁਸੀਂ ਜਿਹੜਾ ਹੈ ਕਰੰਟ ਨਿਕਾਲਣ ਦਾ ਫਾਰਮੂਲਾ ਜਿੰਨਾ ਚਾਰਜ ਫਲੋ ਕੀਤਾ ਉਸ ਨੂੰ ਅਸੀਂ ਟਾਈਮ ਨਾਲ ਡਿਵਾਈਡ ਕਰ ਦੇਣਾ। ਇੱਕ ਅਸੀਂ ਫਾਰਮੂਲਾ ਹੋਰ ਸਟੱਡੀ ਕੀਤਾ ਸੀ ਕਿ I is equal to delta Q by delta T. This is a formula for average current if the flowing of charge changes with time. ਕਦੀ ਚਾਰਜ ਜ਼ਿਆਦਾ ਫਲੋ ਕਰ ਰਿਹਾ ਹੈ, ਕਦੀ ਚਾਰਜ ਘੱਟ ਫਲੋ ਕਰਦਾ ਹੈ, ਤਾਂ ਉਦੋਂ ਅਸੀਂ ਜਿਹੜਾ ਹੈ ਐਵਰੇਜ ਕਰੰਟ ਨਿਕਾਲਦੇ ਹਾਂ। ਐਂਡ ਇੱਕ ਸਾਡੇ ਕੋਲ ਫਾਰਮੂਲਾ ਹੋਰ ਸੀ instantaneous value of current which is given by dq by dt. This is the current at any instant of time. ਇਹ ਦੋਨੋਂ ਫਾਰਮੂਲੇ ਤਾਂ ਲਗਾਣੇ ਆ ਜੇਕਰ ਸਾਡੇ ਕੋਲ ਟਾਈਮ ਦੇ ਅਕੋਰਡਿੰਗ ਚਾਰਜ ਫਲੋ ਜਿਹੜਾ ਹੈ ਉਹ ਚੇਂਜ ਹੋ ਰਿਹਾ ਹੈ। ਇਹ ਫਾਰਮੂਲਾ ਤਾਂ ਲਗਾਣਾ ਹੈ ਜੇਕਰ ਸਾਡੇ ਕੋਲ ਸਟੈਡੀ ਕਰੰਟ ਹੈ, ਇੱਕ ਜੇਕਰ ਰੇਟ ਆਫ ਫਲੋ ਆਫ ਚਾਰਜ ਸਾਡਾ ਜਿਹੜਾ ਹੈ ਹਮੇਸ਼ਾ ਹੀ ਯੂਨੀਫਾਰਮ ਹੈ। ਇਹ ਆਲਰੇਡੀ ਅਸੀਂ ਸਾਰਾ ਡਿਸਕਸ ਕੀਤਾ। ਇਸ ਤੋਂ ਇਲਾਵਾ ਅਸੀਂ ਪੜਿਆ ਕਿ ਕਰੰਟ ਜਿਹੜਾ ਹੈ ਸਕੇਲਰ ਫਿਜ਼ੀਕਲ ਕੁਆਂਟੀਟੀ ਹੈ, ਵੈਕਟਰ ਐਡੀਸ਼ਨ ਦੇ ਲਾਅ ਇਹਦੇ ਉੱਪਰ ਐਪਲੀਕੇਬਲ ਨਹੀਂ ਹਨ। ਇਸ ਤੋਂ ਇਲਾਵਾ ਅਸੀਂ ਪੜਿਆ ਕਿ ਕਰੰਟ ਇੱਕ ਮੈਕਰੋਸਕੋਪਿਕ ਟਰਮ ਹੈ। ਕਰੰਟ ਇਜ਼ ਏ ਸਕੇਲਰ ਫਿਜ਼ੀਕਲ ਕੁਆਂਟੀਟੀ। Now, today we are going to discuss some important points which should always keep in mind. ਜਿਹੜੇ ਅਸੀਂ ਹਮੇਸ਼ਾ ਆਪਣੇ ਮਾਈਂਡ ਵਿੱਚ ਰੱਖਣੇ ਆ ਜੇਕਰ ਅਸੀਂ numerical problem solve ਕਰਨੀ ਹੈ। ਤੇ ਕੁਝ ਬੇਸਿਕ ਪੁਆਇੰਟ ਮੈਂ ਦੱਸਣ ਜਾ ਰਿਹਾ ਇਸ ਲੈਕਚਰ ਦੇ ਵਿੱਚ, ਇਹਨੂੰ ਤੁਸੀਂ ਜਿਹੜਾ ਹੈ ਹਮੇਸ਼ਾ ਆਪਣੇ ਮਾਈਂਡ ਵਿੱਚ ਰੱਖਣਾ ਹੈ। Now come to first point. ਮੰਨ ਲਓ ਸਾਡੇ ਕੋਲ Q is given like this 5t square plus 8t. Charge flowing is a function of time. ਸਾਨੂੰ ਇੱਕ ਇਕੁਏਸ਼ਨ ਦੇ ਦਿੱਤੀ ਉਹਨਾਂ ਨੇ ਕਿ ਚਾਰਜ ਜਿਹੜਾ ਹੈ ਟਾਈਮ ਦੇ ਅਕੋਰਡਿੰਗ ਜਿਹੜਾ ਹੈ ਫਲੋ ਕਰ ਰਿਹਾ ਹੈ। ਨਾਓ ਕੈਲਕੂਲੇਟ ਇੰਸਟੈਂਟੇਨੀਅਸ ਵੈਲਿਊ ਆਫ ਕਰੰਟ। ਹੁਣ ਅਸੀਂ ਇੰਸਟੈਂਟੇਨੀਅਸ ਵੈਲਿਊ ਆਫ ਕਰੰਟ ਨਿਕਾਲਣੀ ਹੈ। ਉਹ ਕਿਸ ਤਰ੍ਹਾਂ ਨਿਕਾਲਾਂਗੇ? ਨਾਓ I ਦਾ ਫਾਰਮੂਲਾ ਸਾਨੂੰ ਪਤਾ ਹੈ ਕਿ I is given by dq by dt. ਕਰੰਟ is given by, ਅਸੀਂ ਡਿਫਰੈਂਸ਼ੀਏਸ਼ਨ ਕਰਾਂਗੇ ਚਾਰਜ ਦੀ ਵਿਦ ਰਿਸਪੈਕਟ ਟੂ ਟਾਈਮ। ਇੱਥੇ ਅਸੀਂ ਪਹਿਲਾਂ ਕੀ ਕਰਾਂਗੇ, ਵੈਲਿਊ ਪੁੱਟ ਕਰਾਂਗੇ d by dt. q ਦੀ ਵੈਲਿਊ ਸਾਡੇ ਕੋਲ ਆ ਗਈ 5t ਸਕੁਅਰ ਪਲੱਸ 8t ਆ ਗਈ। ਨਾਓ ਦੋਨਾਂ ਦੀ ਡਿਫਰੈਂਸ਼ੀਏਸ਼ਨ ਅਸੀਂ ਕਰ ਦਾਂਗੇ। ਇਹ ਤੁਸੀਂ +1 ਦੇ ਵਿੱਚ ਵੀ ਸਟੱਡੀ ਕੀਤਾ ਹੈ ਤੇ +2 ਵਿੱਚ ਤੁਹਾਡੇ ਜਿਹੜੇ ਆ ਮੈਥ ਵਿੱਚ ਚੈਪਟਰ ਹੈ। ਪਹਿਲਾਂ ਦੋਨਾਂ ਦੀ ਅਸੀਂ ਜਿਹੜੀ ਹੈ ਵੱਖਰੇ ਵੱਖਰੇ ਪਾਰਟ ਕਰਾਂਗੇ। ਇੱਥੇ ਆ ਜਾਏਗਾ 5t ਸਕੁਅਰ ਪਲੱਸ ਇੱਥੇ ਡਿਫਰੈਂਸ਼ੀਏਸ਼ਨ ਕਰਾਂਗੇ ਆਪਾਂ 8t। ਨਾਓ ਕਾਂਸਟੈਂਟ ਟਰਮ ਨੂੰ ਡਿਫਰੈਂਸ਼ੀਏਸ਼ਨ ਚੋਂ ਬਾਹਰ ਨਿਕਾਲਾਂਗੇ। ਸਾਡੇ ਕੋਲ ਬਾਹਰ ਆ ਗਿਆ 5, ਅੰਦਰ ਆ ਗਿਆ d by dt of t ਸਕੁਅਰ ਪਲੱਸ ਇੱਥੇ ਕਾਂਸਟੈਂਟ ਹੈ 8, ਇਹਨੂੰ ਅਸੀਂ ਬਾਹਰ ਨਿਕਾਲ ਲਿਆ ਤੇ ਸਾਡੇ ਕੋਲ ਜਿਹੜਾ ਆ ਗਿਆ d by dt of t। ਨਾਓ ਇਹਨੂੰ ਅਸੀਂ ਹੋਰ ਜਿਹੜਾ ਹੈ ਫਰਦਰ ਸੋਲਵ ਕਰਦੇ ਹਾਂ। we get I equal to 5 t ਸਕੁਅਰ ਦੀ ਇੰਟੈਗ੍ਰੇਸ਼ਨ ਸਾਡੇ ਕੋਲ ਜਿਹੜੀ ਆਏਗੀ 2t, ਪਾਵਰ ਨੂੰ ਨੀਚੇ ਤਾਰ ਕੇ ਪਾਵਰ ਚੋਂ ਇੱਕ ਮਾਈਨਸ ਕਰਤਾ, ਪਲੱਸ 8 dt by dt ਦੀ ਡਿਫਰੈਂਸ਼ੀਏਸ਼ਨ ਸਾਡੇ ਕੋਲ ਆ ਗਈ 1. dt by dt will be equal to 1 और I equal to 5 ਦਾ ਸਾਡੇ ਕੋਲ ਆ ਗਿਆ 10 multiply by t plus 8।
10t plus 8 डिफरेंशिएशन करन तो बाद साडे कोल करंट दी वैल्यू आ गई। नाउ व्हाट इज द नेचर ऑफ दैट करंट? क्वेश्चन आया कि इस करंट दी जिहड़ी है नेचर केड़ी होएगी। जे मैं t दी वैल्यू 0 पुट करदा है ते साडे कोल करंट आएगा 8 एम्पीयर जेकर चार्ज तुहाडा कूलम च होवे। जे मैं t की वैल्यू 1 पुट करदा है 10 1 जा 10 प्लस 8 18, ज्यों ज्यों t की वैल्यू चेंज होएगी त्यों त्यों साडी करंट की वैल्यू जिहड़ी है वो चेंज हो रही है। ਇਹਦਾ मतलब यह साडा जिहड़ा है इंस्टंटेनियस वैल्यू ऑफ करंट है, हर टाइम ते ਇਹਦੀ ਜਿਹੜੀ है डिफरेंट ही ਤੁਹਾਡੇ ਕੋਲ वैल्यू आएगी। इट इज अ टाइम वेरिंग करंट। हाँ जी बेटा, इट्स तक क्लियर है। यह टाइम वेरिंग करंट इस करके है क्योंकि करंट की वैल्यू टाइम के अकॉर्डिंग जिहड़ी है चेंज होएगी। सपोज न्यूमेरिकल च पूछ लिया कि टाइम 2 सैकंड ते करंट कितना होएगा, ਅਸੀਂ ਕੀ ਕਰਾਂਗੇ ਇੱਥੇ 2 ਪੁੱਟ ਕਰਾਂਗੇ 10 ਮਲਟੀਪਲਾਈ ਬਾਈ 2 प्लस साढ़े को आ जाएगा 8, साढ़े को आ जाएगा 20 प्लस 8, it will be 28 ampere. This is the value of current at time 2 second. Now if the equation of Q in term of t is like this, suppose 5t plus 8, ਜੇ ਸਾਡੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਹੋਵੇ, ਹੁਣ ਪਹਿਲਾਂ t ਸਕੁਅਰ ਸੀ, ਇੱਥੇ ਵੀ t ਸੀ, ਪਰ ਸਾਡੇ ਕੋਲ ਇਸ ਤਰ੍ਹਾਂ ਚਾਰਜ ਜਿਹੜਾ ਹੈ ਟਾਈਮ ਦੇ ਅਕੋਰਡਿੰਗ ਫਲੋ ਕਰ ਰਿਹਾ ਹੈ। ਨਾਓ ਕਰੰਟ ਵਿਲ ਬੀ ਗਿਵਨ ਬਾਈ dq ਬਾਈ dt। ਨਾਓ ਜਦੋਂ ਇਹਦੀ ਡਿਫਰੈਂਸ਼ੀਏਸ਼ਨ ਕਰੋਗੇ 5t ਦੀ ਡਿਫਰੈਂਸ਼ੀਏਸ਼ਨ ਅਸੀਂ ਵੱਖਰੀ ਕਰਾਂਗੇ ਪਲੱਸ ਜਿਹੜਾ ਸਾਡੇ ਕੋਲ 8 ਹੈ ਇਹਦੀ ਡਿਫਰੈਂਸ਼ੀਏਸ਼ਨ ਜਿਹੜੀ ਹੈ ਤੁਸੀਂ ਵੱਖਰੇ ਜਿਹੜਾ ਇਹਨੂੰ ਸੋਲਵ ਕਰੋਗੇ। Now what is the differentiation of 5t? 5t ਦੀ differentiation 5 ਬਾਹਰ ਆ ਗਿਆ ਤੇ dt by dt ਦੀ ਹੈਗੀ ਸਾਡੇ ਕੋਲ 5 ਤੇ constant ਦੀ differentiation ਸਾਡੇ ਕੋਲ 0 ਹੈ। ਸਾਡੇ ਕੋਲ ਕਰੰਟ ਦੀ ਵੈਲਿਊ ਆਈ ਹੈ 5 ਐਂਪੀਅਰ। ਜਦੋਂ ਵੀ ਕੋਈ constant ਹੋਏਗਾ ਉਹਦੀ differentiation ਜਿਹੜੀ ਹੈ 0 because constant ਹੈ ਉਹ ਚ ਕਦੀ ਵੀ ਚੇਂਜ ਨਹੀਂ ਆਉਂਦੀ। Now ਕਰੰਟ ਦੀ ਵੈਲਿਊ ਸਾਡੇ ਕੋਲ ਆਈ 5 ਐਂਪੀਅਰ। Now इस इक्वेशन च देखो टाइम नहीं है। पिछली जी इक्वेशन तो न्यूमेरिकल सॉल्व किया ਉਹਦੇ ਵਿੱਚ आई ਦੇ ਵਿੱਚ ਨਾਲ ਇੱਥੇ t ਵੀ ਲੱਗਾ ਸੀ, ਇੱਥੇ टाइम नहीं आया। ਇਹਦਾ मतलब है कि टाइम जिन्ना मर्जी होवे करंट ਦੀ वैल्यू ਜਿਹੜੀ है हमेशा ही कांस्टेंट रहेगी and that will be equal to 5 एंपियर and that is the value of steady current ਜਿਹੜਾ करंट अपनी वैल्यू कभी भी चेंज नहीं करता पिया। हाँ जी बेटा क्लियर। इथे एक चीज नोट की है, जेकर करंट दे फॉर्मूले विच टी बचदा है ते टी पुट करके हर टाइम ते करंट दी वैल्यू डिफरेंट आएगी ते जे विच टी नहीं आंदा डिफरेंशिएशन तो बाद then the current will be constant. Now this is the first point, always keep in mind. Now second point, we know that I is equal to Q by T. करंट का फॉर्मूला सानू पता है चार्ज डिवाइडेड बाय टाइम। नाउ जदों भी चार्ज फ्लो करता है अंडरस्टूड है इलेक्ट्रॉन फ्लो करते हैं क्योंकि चार्ज केड़ा है फ्री चार्ज केड़ा है इलेक्ट्रॉन। ਜਦੋਂ ਅਸੀਂ ਕਹਿੰਦੇ ਆ ਕਿ ਚਾਰਜ ਫਲੋ ਕਰ ਰਿਹਾ ਹੈ ਤੇ ਅਸੀਂ ਸਿਰਫ ਇੱਕੋ ਗੱਲ ਕਰਦੇ ਆ ਕਿ ਇਲੈਕਟ੍ਰੋਨ ਜਿਹੜੇ ਨੇ ਉਹ ਮੂਵ ਕਰ ਰਹੇ ਨੇ। ਨਾਓ ਜੇ ਇਲੈਕਟ੍ਰੋਨ ਮੂਵ ਕਰ ਰਹੇ ਨੇ ਤੇ ਕਿੰਨੇ ਇਲੈਕਟ੍ਰੋਨ ਜਿਹੜੇ ਮੂਵ ਕਰਨਗੇ ਕਿ ਇੰਨਾ ਚਾਰਜ ਬਣੇਗਾ Q। ਇਹ ਤੁਸੀਂ ਫਸਟ ਯੂਨਿਟ ਚ ਡਿਸਕਸ ਕੀਤਾ ਸੀ ਕਿ ਕੁਆਂਟਾਈਜੇਸ਼ਨ ਕੰਡੀਸ਼ਨ ਸੀ Q is equal to Ne। ਇੱਕ ਇਲੈਕਟ੍ਰੋਨ ਉੱਪਰ ਚਾਰਜ जिसकी वैल्यू आपको पता है 1.6 इंटू 10⁻⁻19 कूलम। मान लो 10 इलेक्ट्रॉन मूव किते हैं ते आ चार्ज 10 इलेक्ट्रॉन करके आएगा। जे 15 इलेक्ट्रॉन मूव करते हैं फिर चार्ज की वैल्यू 15 इलेक्ट्रॉन करके आएगी। ਇਹਦਾ मतलब है कि इस Q की जगह के उत्ते न्यूमेरिकल दे विच असी वैल्यू पुट कर सकते हैं
Q ਦੀ ਜਗ੍ਹਾ ਤੇ ਆ ਜਾਏਗਾ ਸਾਡੇ ਕੋਲ NE। ਇਹ ਯਾਦ ਰੱਖਣਾ ਹੈ, ਵਾਟ ਇਜ਼ ਦ ਵੈਲਿਊ ਆਫ Q? Q ਇਜ਼ ਇਕੁਅਲ ਟੂ NE। ਤੇ ਨੂਮੈਰੀਕਲ ਦੇ ਵਿੱਚ ਸਾਨੂੰ ਮੰਨ ਲਓ ਕਰੰਟ ਗਿਵਨ ਹੈ, ਟਾਈਮ ਵੀ ਗਿਵਨ ਹੈ, ਇਲੈਕਟ੍ਰੋਨ ਦਾ ਚਾਰਜ ਸਾਨੂੰ ਜ਼ੁਬਾਨੀ ਆਂਦਾ ਹੈ ਤੇ ਪੁੱਛਿਆ ਜਾ ਸਕਦਾ ਹੈ ਵੀ ਇਸ ਕਰੰਟ ਨੂੰ ਪੈਦਾ ਕਰਨ ਵਾਸਤੇ ਕਿੰਨੇ ਇਲੈਕਟ੍ਰੋਨ ਜਿਹੜੇ ਨੇ ਇਸ ਟਾਈਮ ਦੇ ਵਿੱਚ ਜਿਹੜੇ ਨੇ ਉਹ ਫਲੋ ਕੀਤੇ। ਦੈਨ ਯੂ ਕੈਨ ਕੈਲਕੂਲੇਟ ਦਿਸ ਇੰਟੈਗਰਲ ਨੰਬਰ। ਇਹ ਇੰਟੀਜਰ ਹੈ ਕਿ ਇੰਨੇ ਇਲੈਕਟ੍ਰੋਨ ਜਿਹੜੇ ਨੇ ਉਹ ਫਲੋ ਕਰਨਗੇ। ਇਹਦਾ ਮਤਲਬ Q ਦੀ ਜਗ੍ਹਾ ਦੇ ਉੱਤੇ NE ਲਗਾਣਾ ਹੈ ਇਫ ਯੂ want to calculate the number of electron passing through the given area of cross section which is held perpendicular to it in a unit time. Now I ਦੀ value ਆ ਗਈ NE upon T. This is a second point, always keep in mind. Now the third point, मान लो ਸਾਡੇ ਕੋਲ ਇੱਕ ਨਿਊਕਲੀਅਸ ਹੈ, ਨਿਊਕਲੀਅਸ ਉੱਪਰ ਪਤਾ ਹੀ ਹੈ ਸਾਨੂੰ ਪੋਜ਼ਿਟਿਵ ਚਾਰਜ, ਇਹਦੇ ਅਰਾਊਂਡ ਜਿਹੜਾ ਹੈ ਇਲੈਕਟ੍ਰੋਨ ਜਿਹੜੇ ਨੇ ਉਹ ਰਿਵੋਲਵ ਕਰਦੇ ਆ। ਮੰਨ ਲਓ ਇੱਕ ਇਲੈਕਟ੍ਰੋਨ ਹੈ ਜਿਹੜਾ ਨਿਊਕਲੀਅਸ ਦੇ ਅਰਾਊਂਡ ਜਿਹੜਾ ਰੋਟੇਟ ਕਰ ਰਿਹਾ। ਜੇ ਮੈਂ ਹਾਈਡਰੋਜਨ ਐਟਮ ਦੀ ਗੱਲ ਕਰਾਂ, ਹਾਈਡਰੋਜਨ ਐਟਮ ਦਾ ਐਟੋਮਿਕ ਨੰਬਰ ਵੀ 1 ਤੇ ਉਹਦਾ ਮਾਸ ਨੰਬਰ ਵੀ ਜਿਹੜਾ ਹੈ 1 ਹੈ। ਐਟੋਮਿਕ ਨੰਬਰ 1 ਦਾ ਮਤਲਬ ਹੈ ਕਿ ਅੰਦਰ ਇੱਕ ਪ੍ਰੋਟੋਨ ਤੇ ਇੱਕ ਹੀ ਇਲੈਕਟ੍ਰੋਨ, ਨਿਊਟਰੋਨ ਕੋਈ ਨਹੀਂ। ਹਾਈਡਰੋਜਨ ਐਟਮ ਦੇ ਵਿੱਚ ਨਿਊਕਲੀਅਸ ਵਿੱਚ ਇੱਕ ਪ੍ਰੋਟੋਨ ਹੈ ਤੇ ਉਹਦੇ ਅਰਾਊਂਡ ਜਿਹੜਾ ਆਰਬਿਟ ਹੈ ਉਹਦੇ ਵਿੱਚ ਸਿਰਫ ਇੱਕ ਹੀ ਇਲੈਕਟ੍ਰੋਨ ਜਿਹੜਾ ਹੈ ਉਹ ਰਿਵੋਲਵ ਕਰ ਰਿਹਾ। ਨਾਓ ਜਦੋਂ ਇਹ ਇਲੈਕਟ੍ਰੋਨ ਆਰਬਿਟ ਵਿੱਚ ਮੂਵ ਕਰੇਗਾ ਤੇ ਅੰਡਰਸਟੂਡ ਹੈ ਕਿ ਚਾਰਜ ਜਿਹੜਾ ਹੈ ਰਿਵੋਲਵ ਕਰ ਰਿਹਾ ਹੈ, ਚਾਰਜ ਫਲੋ ਹੋ ਰਿਹਾ ਹੈ। ਤੇ ਜਦੋਂ ਚਾਰਜ ਫਲੋ ਕਰਦਾ ਹੈ ਤੇ ਅਸੀਂ ਹੁਣੇ ਪੜਿਆ ਕਿ ਕਰੰਟ ਪੈਦਾ ਹੁੰਦਾ ਹੈ। ਇਹਦਾ ਮਤਲਬ ਇਸ ਆਰਬਿਟ ਦੇ ਵਿੱਚ ਕਰੰਟ ਵੀ ਹੋਏਗਾ ਤੇ ਇਸ ਆਰਬਿਟ ਦਾ ਜਿਹੜਾ ਨਾਮ ਹੈ ਅਸੀਂ ਇਹਨੂੰ ਬੋਲ ਦਿੰਦੇ ਆ ਕਰੰਟ ਲੂਪ। ਕਰੰਟ ਲੂਪ ਕੀ ਚੀਜ਼ ਹੈ? ਉਹ ਆਰਬਿਟ ਜਿਹਦੇ ਵਿੱਚ ਇਲੈਕਟ੍ਰੋਨ ਮੂਵ ਕਰਦਾ ਹੈ, ਉਸ ਆਰਬਿਟ ਵਿੱਚ ਚਾਰਜ ਨੂੰ ਮੋਸ਼ਨ 'ਚ ਹੋਣ ਕਰਕੇ ਕਰੰਟ ਪੈਦਾ ਹੋਏਗਾ ਐਂਡ that orbit is called current loop. It is equivalent to current loop. ਇੰਨਾ ਕਲੀਅਰ ਹੋ ਗਿਆ। ਤੇ ਜੇਕਰ ਸਾਨੂੰ ਕਿਹਾ ਜਾਵੇ ਵੀ ਕਰੰਟ ਦਾ ਵੈਲਿਊ ਨਿਕਾਲੋ ਤਾਂ ਸਾਨੂੰ ਪਤਾ ਹੈ ਕਿ Q/T। ਕਰੰਟ ਦਾ ਫਾਰਮੂਲਾ ਚਾਰਜ ਡਿਵਾਈਡਡ ਬਾਈ ਟਾਈਮ। ਹੁਣ ਇੱਥੇ ਟਾਈਮ ਕਿਹੜਾ ਪੁੱਟ ਕਰੀਏ? ਇੱਥੇ ਧਿਆਨ ਰੱਖਣਾ ਹੈ ਨੂਮੈਰੀਕਲ ਦੇ ਵਿੱਚ ਸਾਨੂੰ ਦਿੱਤਾ ਹੋਏਗਾ 1 ਕੰਪਲੀਟ ਰੈਵੋਲੂਸ਼ਨ, ਇੱਕ ਚੱਕਰ ਪੂਰਾ ਕਰਨ ਦਾ ਟਾਈਮ। ਸਾਨੂੰ ਜਿਹੜਾ ਹੈ ਇਹਦਾ ਰੇਡੀਅਸ ਵੀ ਗਿਵਨ ਹੋਏਗਾ, ਨੂਮੈਰੀਕਲ ਦੇ ਵਿੱਚ ਰੇਡੀਅਸ ਵੀ ਗਿਵਨ ਹੋ ਸਕਦਾ ਹੈ। ਇਲੈਕਟ੍ਰੋਨ ਦੀ ਜਿਹੜੀ ਹੈ ਵੈਲੋਸਿਟੀ ਵੀ ਗਿਵਨ ਹੋ ਸਕਦੀ ਹੈ। ਇਲੈਕਟ੍ਰੋਨ ਦੀ ਜਿਹੜੀ ਹੈ ਸਾਨੂੰ ਜਿਹੜੀ ਹੈ ਫ੍ਰੀਕੁਐਂਸੀ ਵੀ ਗਿਵਨ ਹੋ ਸਕਦੀ ਹੈ। ਟਾਈਮ ਪੀਰੀਅਡ ਵੀ ਗਿਵਨ ਹੋ ਸਕਦਾ ਹੈ। ਉਹਦੇ ਅਕੋਰਡਿੰਗ ਜਿਹੜਾ ਹੈ ਇਹਦੀ ਆਪਾਂ ਕੈਲਕੂਲੇਸ਼ਨ ਕਰਾਂਗੇ। ਹਾਂਜੀ ਧਿਆਨ ਨਾਲ ਦੇਖੋ, ਫਿਰ ਸੁਣੋ। ਜਦੋਂ ਇਲੈਕਟ੍ਰੋਨ ਨਿਊਕਲੀਅਸ ਦੇ ਅਰਾਊਂਡ ਘੁੰਮ ਰਿਹਾ ਹੈ ਤੇ ਉਸ ਆਰਬਿਟ ਨੂੰ ਅਸੀਂ ਮੰਨਾਂਗੇ ਇਟ ਇਜ਼ ਜਸਟ ਇਕੁਇਵਲੈਂਟ ਟੂ ਕਰੰਟ ਲੂਪ। ਤੇ ਉੱਥੇ ਅਸੀਂ ਕਰੰਟ ਕਿਸ ਤਰ੍ਹਾਂ ਨਿਕਾਲਾਂਗੇ? ਕਰੰਟ ਦਾ ਫਾਰਮੂਲਾ ਚਾਰਜ ਡਿਵਾਈਡਡ ਬਾਈ ਟਾਈਮ। ਮੈਂ ਸਿਰਫ ਹਲੇ ਹਾਈਡਰੋਜਨ ਜਿਹੜਾ ਹੈ ਐਟਮ ਉਹਦੀ ਐਗਜ਼ਾਮਪਲ ਲੈ ਰਿਹਾ ਕਿ ਸਾਡੇ ਕੋਲ ਇੱਕੋ ਇਲੈਕਟ੍ਰੋਨ ਹੈ ਜਿਹੜਾ ਇਹਦੇ ਵਿੱਚ ਮੂਵ ਕਰ ਰਿਹਾ। ਨਾਓ Q ਡਿਵਾਈਡਡ ਬਾਈ T। Q ਤੇ ਹੋ ਗਿਆ ਸਾਡਾ ਚਾਰਜ। ਇਥੇ ਟਾਈਮ ਕਿਹੜਾ ਲਵਾਂਗੇ? ਹੇਅਰ ਵੀ ਟੇਕ ਦਾ ਟਾਈਮ ਫॉर ਕੰਪਲੀਟ ਰੈਵੋਲੂਸ਼ਨ। ਜਿੱਥੋਂ ਸਟਾਰਟ ਹੋਇਆ ਇੱਥੇ ਵਾਪਸ ਪਹੁੰਚਣ ਦਾ ਟਾਈਮ, ਜਿਹਨੂੰ ਅਸੀਂ ਬੋਲਾਂਗੇ ਟਾਈਮ ਪੀਰੀਅਡ। ਉਸ ਟਾਈਮ ਤੇ ਸਾਡੇ ਕੋਲ I ਦੀ ਵੈਲਿਊ ਕਿੰਨੀ ਆਏਗੀ? ਚਾਰਜ ਦੀ ਜਗ੍ਹਾ ਤੇ E ਆ ਜਾਏਗਾ ਕਿਉਂਕਿ ਇਲੈਕਟ੍ਰੋਨ ਇੱਕੋ ਇਲੈਕਟ੍ਰੋਨ ਹੈ, ਉਹ ਮੂਵ ਕਰਦਾ ਪਿਆ, ਉਹਦੀ ਜਗ੍ਹਾ ਤੇ E ਤੇ ਡਿਵਾਈਡਡ ਬਾਈ ਟਾਈਮ ਆਏਗਾ ਸਾਡਾ ਟਾਈਮ ਪੀਰੀਅਡ। ਟਾਈਮ ਪੀਰੀਅਡ ਕੀ ਹੁੰਦਾ ਹੈ? ਇੱਕ ਚੱਕਰ ਪੂਰਾ ਕਰਨ ਦਾ ਟਾਈਮ। ਜਦੋਂ ਇਲੈਕਟ੍ਰੋਨ ਆਰਬਿਟ ਵਿੱਚ ਇੱਕ ਰੈਵੋਲੂਸ਼ਨ ਕੰਪਲੀਟ ਕਰੇਗਾ
ਉਹਦਾ ਜਿਹੜਾ ਉਹ ਟਾਈਮ ਹੋਏਗਾ ਉਹਨੂੰ ਬੋਲਾਂਗੇ ਟਾਈਮ ਪੀਰੀਅਡ। ਐਂਡ ਦਿਸ ਇਜ਼ ਦਾ ਫਾਰਮੂਲਾ ਟੂ ਕੈਲਕੂਲੇਟ ਦਾ ਕਰੰਟ ਇਨ ਕੇਸ ਆਫ ਇਲੈਕਟ੍ਰੋਨ ਵਿਚ ਇਜ਼ orbiting around the nucleus. This is the formula I is equal to E divided by T. Now we know that ਸਾਨੂੰ ਇਹ ਪਤਾ ਹੈ ਜਿਹੜੀ frequency ਹੈ it is reciprocal of time period. Frequency is a number of oscillation per second. It is reciprocal of time period. ਇੱਥੇ ਸਾਡੇ ਕੋਲ 1/t ਆ ਰਿਹਾ, e ਨੂੰ ਛੱਡੋ, 1/t, therefore you can write I equal to, ਸਾਡੇ ਕੋਲ I ਦੀ ਜਿਹੜੀ ਵੈਲਿਊ ਆਏਗੀ e, ਤੇ ਸਾਡੇ ਕੋਲ 1/t ਜਿਹੜਾ ਹੈ it is equal to nu. ਇਹਦਾ ਮਤਲਬ ਕਰੰਟ ਨਿਕਾਲਣ ਦਾ ਇੱਕ ਹੋਰ ਫਾਰਮੂਲਾ ਸਾਡੇ ਕੋਲ ਬਣ ਗਿਆ I equal to ਚਾਰਜ ਮਲਟੀਪਲਾਈ ਬਾਈ ਫ੍ਰੀਕੁਐਂਸੀ। ਚਾਰਜ ਨੂੰ ਫ੍ਰੀਕੁਐਂਸੀ ਨਾਲ ਮਲਟੀਪਲਾਈ ਕਰਕੇ ਵੀ ਅਸੀਂ ਜਿਹੜਾ ਹੈ ਕਰੰਟ ਨਿਕਾਲ ਸਕਦੇ ਹਾਂ। ਫ੍ਰੀਕੁਐਂਸੀ ਦੀ ਪਹਿਚਾਨ ਸਾਡੇ ਕੋਲ ਰੈਵੋਲੂਸ਼ਨ ਪਰ ਸੈਕਿੰਡ ਗਿਵਨ ਹੋਏਗਾ। ਇਹ ਧਿਆਨ ਰੱਖਣਾ ਹੈ, ਰੈਵੋਲੂਸ਼ਨ ਪਰ ਸੈਕਿੰਡ, 1 ਸੈਕਿੰਡ ਦੇ ਵਿੱਚ ਇੰਨੇ ਚੱਕਰ। ਸਪੋਜ਼ ਆਈ ਰਾਈਟ ਹੇਅਰ 10 ਰੈਵੋਲੂਸ਼ਨ ਪਰ ਸੈਕਿੰਡ। ਇਹਦਾ ਮਤਲਬ ਸਾਡੇ ਕੋਲ ਜਿਹੜੀ ਫ੍ਰੀਕੁਐਂਸੀ ਹੈ ਉਹ 10 ਹੈ। ਉਹਦਾ ਮਤਲਬ 1 ਸੈਕਿੰਡ ਦੇ ਵਿੱਚ ਜਿਹੜੇ ਨੇ ਅਸੀਂ 10 ਚੱਕਰ ਜਿਹੜੇ ਨੇ ਉਹ ਕੰਪਲੀਟ ਕੀਤੇ ਹੋਏ ਨੇ। ਨਾਓ ਦਿਸ ਇਜ਼ ਅ ਵੈਲਿਊ ਆਫ ਫ੍ਰੀਕੁਐਂਸੀ। ਕਈ ਵਾਰੀ ਨਿਊਮੈਰੀਕਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਗਿਵਨ ਹੋਏਗਾ 60 ਲੈ ਕੇ 60 ਰੈਵੋਲੂਸ਼ਨ ਪਰ ਮਿੰਟ, ਰੈਵੋਲੂਸ਼ਨ ਪਰ ਮਿੰਟ। ਪਰ ਫ੍ਰੀਕੁਐਂਸੀ ਵਾਸਤੇ ਧਿਆਨ ਰੱਖਣਾ ਹੈ ਕਿ ਅਸੀਂ ਐਸਾ ਹੀ ਸਿਸਟਮ ਜਦੋਂ ਵੀ ਫਾਲੋ ਕਰਨਾ ਹੈ ਤੇ ਰੈਵੋਲੂਸ਼ਨ ਪਰ ਸੈਕਿੰਡ ਹੋਣਾ ਚਾਹੀਦਾ ਹੈ। ਇੱਥੇ ਕੀ ਗਿਵਨ ਹੈ, ਰੈਵੋਲੂਸ਼ਨ ਪਰ ਮਿੰਟ, ਮਤਲਬ 1 ਮਿੰਟ ਦੇ ਵਿੱਚ 60 ਉਹਦੇ ਜਿਹੜੇ ਸਾਈਕਲ ਨੇ, ਟੋਟਲ ਚੱਕਰ ਪੂਰੇ 60 ਨੇ 1 ਮਿੰਟ ਚ। 1 ਮਿੰਟ ਦਾ ਮਤਲਬ 60 ਸੈਕਿੰਡ, ਕਹਿਣ ਦਾ ਮਤਲਬ 60 ਸੈਕਿੰਡ ਦੇ ਵਿੱਚ 60 ਚੱਕਰ ਨੇ, ਤੇ 1 ਸੈਕਿੰਡ ਚ ਕਿੰਨੇ ਹੋਣਗੇ? ਅਸੀਂ ਇਹਨੂੰ 60 ਨਾਲ ਡਿਵਾਈਡ ਕਰਕੇ ਸਾਡੇ ਕੋਲ ਆ ਜਾਏਗਾ RPS। 1 ਮਿੰਟ ਚ 60 ਤੇ 1 ਸੈਕਿੰਡ ਦੇ ਵਿੱਚ ਸਾਡੇ ਕੋਲ ਆ ਜਾਣਗੇ 1 RPS, 1 ਰੈਵੋਲੂਸ਼ਨ ਪਰ ਸੈਕਿੰਡ। ਜਦੋਂ ਵੀ ਫ੍ਰੀਕੁਐਂਸੀ ਨਿਕਾਲਣੀ ਹੈ ਤੇ ਧਿਆਨ ਰੱਖਣਾ ਹੈ ਕਿ ਇਹਦਾ ਜਿਹੜਾ ਹੈ ਮਗਰ ਧਿਆਨ ਰੱਖਣਾ ਹੈ ਰੈਵੋਲੂਸ਼ਨ ਪਰ ਸੈਕਿੰਡ ਹੋਣਾ ਚਾਹੀਦਾ ਹੈ, ਰੈਵੋਲੂਸ਼ਨ ਪਰ ਮਿੰਟ ਨਹੀਂ ਹੋਣਾ ਚਾਹੀਦਾ। ਸਾਨੂੰ ਪਹਿਲਾਂ ਰੈਵੋਲੂਸ਼ਨ ਪਰ ਮਿੰਟ ਨੂੰ ਸੈਕਿੰਡ ਵਿੱਚ ਕਨਵਰਟ ਕਰਨਾ ਪਏਗਾ। ਹਾਂਜੀ ਬੇਟਾ, ਇੱਥੇ ਤੱਕ ਤੁਹਾਨੂੰ ਸਾਰਿਆਂ ਨੂੰ ਕਲੀਅਰ। ਨਾਓ ਦਿਸ ਇਜ਼ I is equal to E into frequency। ਇੱਕ I ਦਾ ਫਾਰਮੂਲਾ E/T ਵੀ ਲੱਗ ਸਕਦਾ ਹੈ, I ਦਾ ਫਾਰਮੂਲਾ E nu ਵੀ ਹੈ, ਤੇ ਲਾਸਟ ਵਿੱਚ ਮੈਂ ਸਾਰੇ ਫਾਰਮੂਲੇ ਜਿਹੜੇ ਨੇ ਇੱਕ ਜਗ੍ਹਾ ਤੇ ਮੈਂ ਇਕੱਠੇ ਕਰਾਂਗਾ। ਨਾਓ ਇਨ ਕੇਸ ਸਾਨੂੰ ਆਰਬਿਟ ਦਾ ਬੇਟਾ ਰੇਡੀਅਸ ਗਿਵਨ ਹੈ, ਸਾਨੂੰ ਰੇਡੀਅਸ ਦਿੱਤਾ ਹੈ ਆਰਬਿਟ ਦਾ, ਤੇ ਇਲੈਕਟ੍ਰੋਨ ਦੀ ਸਾਨੂੰ ਵੈਲੋਸਿਟੀ ਵੀ ਗਿਵਨ ਹੈ। ਮੰਨ ਲਓ ਇਲੈਕਟ੍ਰੋਨ ਦੀ ਵੈਲੋਸਿਟੀ ਵੀ ਗਿਵਨ ਹੈ, ਇਲੈਕਟ੍ਰੋਨ ਦਾ ਰੇਡੀਅਸ, ਆਪਣਾ ਆਰਬਿਟ ਦਾ ਰੇਡੀਅਸ ਵੀ ਗਿਵਨ ਹੈ, then we know that velocity is given by, ਸਾਨੂੰ ਪਤਾ ਹੈ ਕਿ ਜਿੰਨਾ ਡਿਸਪਲੇਸਮੈਂਟ ਡਿਸਟੈਂਸ ਆਏਗਾ ਡਿਵਾਈਡਡ ਬਾय ਸਾਰਾ ਟਾਈਮ। ਤੇ ਜੇਕਰ ਟਾਈਮ ਲੈਨੇ ਆ ਇੱਕ ਕੰਪਲੀਟ ਚੱਕਰ ਦਾ, ਇੱਕ ਕੰਪਲੀਟ ਲੂਪ ਦਾ ਅਸੀਂ ਟਾਈਮ ਲੈਨੇ ਆ ਕੈਪੀਟਲ T, ਉਸ ਟਾਈਮ ਤੇ ਡਿਸਟੈਂਸ ਕਿੰਨਾ ਕਵਰ ਹੋਏਗਾ? ਜਦੋਂ ਇੱਕ ਚੱਕਰ ਕੰਪਲੀਟ ਹੋਏਗਾ, ਇਥੋਂ ਚਾਲੂ ਹੋਏ ਇੱਕ ਚੱਕਰ ਜਿਹੜਾ ਹੈ ਕੰਪਲੀਟ ਹੋ ਗਿਆ, ਇਹਦਾ ਮਤਲਬ ਹੈ ਸਾਡਾ ਸਰਕਮਫਰੈਂਸ ਜਿੰਨਾ ਸਾਡਾ ਡਿਸਟੈਂਸ ਆਏਗਾ, ਐਂਡ that will be equal to 2 pi r। ਤੇ r ਕੀ ਚੀਜ਼ ਹੈ? orbit ਦਾ radius, then velocity will become distance over time, then velocity ਦਾ ਸਿਰਫ ਮੈਂ magnitude ਲੈ ਰਿਹਾ, magnitude of velocity is given by distance over time, ਮਤਲਬ speed, 2 pi r divided by ਸਾਡੇ ਕੋਲ ਆ ਗਿਆ capital T। now you can also write it as like this, 2 pi r ਤੇ 2 pi r ਆ ਗਿਆ, 1/t, t ਨੀਚੇ ਹੈ, ਇਹਨੂੰ ਕੀ ਪੜਾਂਗੇ 1/t, ਇਹਦੀ ਜਗ੍ਹਾ ਤੇ ਅਸੀਂ ਜਿਹੜਾ ਹੈ ਫ੍ਰੀਕੁਐਂਸੀ ਵੀ ਨਿਕਾਲ ਸਕਦੇ ਹਾਂ ਲਾਈਕ ਦਿਸ। ਇਸ ਤਰ੍ਹਾਂ ਤੁਸੀਂ ਫ੍ਰੀਕੁਐਂਸੀ
ਪਤਾ ਹੋਵੇ ਵੈਲੋਸਿਟੀ ਨਿਕਾਲ ਲਓ, ਵੈਲੋਸਿਟੀ ਪਤਾ ਹੋਵੇ ਟਾਈਮ ਪੀਰੀਅਡ ਨਿਕਾਲ ਸਕਦੇ ਹਾਂ। ਜੇ ਟਾਈਮ ਪੀਰੀਅਡ ਪਤਾ ਲੱਗ ਜੇ ਤੇ ਇਸ ਤੋਂ ਅੱਗੇ ਫਰਦਰ ਜਿਹੜਾ ਹੈ ਕਰੰਟ ਦੀ ਜਿਹੜੀ ਹੈ ਉਹ ਅਸੀਂ ਵੈਲਿਊ ਜਿਹੜੀ ਹੈ ਉਹ ਨਿਕਾਲ ਸਕਦੇ ਹਾਂ। ਨਾਓ the next point मान लो साडे कोल एक ग्राफ है करंट ते टाइम दे विच कोई असी मान लो इस तरह का कोई ग्राफ दे दिता, इथे 0 इथे असी 5 लिख देते हैं, इथे असी 15 इथे 20 है। सपोज दिस इज इक्वल टू 20 एम्पीयर। टाइम जिहड़ा है साडा सैकंड दे विच है। सानू एक ग्राफ गिवन है एंड द ग्राफ इज बिटवीन करंट एंड टाइम। ग्राफ करंट ते टाइम दे विच है। इस ग्राफ तो असी एक फायदा ले सकते हाँ। इस ग्राफ तो तुसी चार्ज दी वैल्यू निकाल सकते हैं, जेड़ा चार्ज किसी क्रॉस सैक्शन एरिया दे विचों गिवन टाइम दे विच जेड़ा है वो फ्लो कीता है। If the graph is between current and time, then from the graph we can calculate the amount of charge which flow through the given area of cross section. Now, how to calculate? I ਦਾ ਫਾਰਮੂਲਾ ਸਾਨੂੰ ਸਭ ਨੂੰ ਪਤਾ ਹੈ ਕਿ I is given by Q divided by T। ਚਾਰਜ ਕਿੰਨਾ ਹੋਏਗਾ, ਵਿੱਚੋਂ ਚਾਰਜ ਦੀ ਵੈਲਿਊ ਨਿਕਾਲੀਏ ਤੇ ਸਾਡੇ ਕੋਲ ਕ੍ਰਾਸ ਮਲਟੀਪਲਾਈ ਕਰਤਾ, Q ਦੀ ਵੈਲਿਊ ਆ ਗਈ ਸਾਡੇ ਕੋਲ IT। ਚਾਰਜ ਨਿਕਾਲਣਾ ਹੋਵੇ ਕਰੰਟ ਨੂੰ ਟਾਈਮ ਦੇ ਨਾਲ ਮਲਟੀਪਲਾਈ ਕਰਨਾ ਹੈ, ਫਿਰ ਸਾਡੇ ਕੋਲ ਜਿਹੜਾ ਹੈ ਅਮਾਉਂਟ ਆਫ ਚਾਰਜ ਫਲੋਇੰਗ ਉਹ ਨਿਕਲ ਸਕਦਾ ਹੈ ਕਰੰਟ ਦੇ ਟਾਈਮ ਨੂੰ ਮਲਟੀਪਲਾਈ ਕਰਕੇ। ਨਾਓ ਸੀ ਦਾ ਗ੍ਰਾਫ, ਸਪੋਜ਼ I calculate that much area। मान लो मैं आ वाला एरिया निकालना चाहना है। नाउ दिस इज अ रेक्टेंगल। इनू ध्यान नाल देखना बेटा, भी बड़ा इंपॉर्टेंट है। यह रेक्टेंगल है। रेक्टेंगल दा सानू पता है कि जिहड़ा रेक्टेंगल दा एरिया हुंदा है लेंथ नू ब्रैड्थ दे नाल मल्टीप्लाई करांगे। इहदी लेंथ किहड़ी है? लेंथ जिहड़ी है, मान लो आ लेंथ है, आ ब्रेड्थ है। जे आ लेंथ है तो लेंथ टाइम दे लॉन्ग है, ਇਹਦਾ मतलब साढ़े कोल आ गया t। ਤੇ ਜਿਹੜੀ ब्रेड्थ ਜਿਹੜੀ एसरोक है इट इज अलोंग करंट। ਇਹ वाली ਜਿਹੜੀ वैल्यू है मेरी करंट ਦੇ लॉन्ग, ਇਹਦਾ मतलब ਇੱਥੇ आ गया I। लेंथ इंटू ब्रेड्थ I इंटू t, I इंटू t। I इंटू t की चीज है? वो साढ़े को आ गया चार्ज। ਇਹਦਾ मतलब इस ग्राफ तो असी चार्ज निकाल सकते हैं। जस्ट यू हैव टू कैलकुलेट ओनली द एरिया अंडर द ग्राफ इन द गिवन टाइम इंटरवल। जिन्ना टाइम तुहानू दिता है ओदे अंडर एरिया निकाल लो एंड दैट एरिया विल गिव यू द अमाउंट ऑफ चार्ज पासिंग थ्रू द गिवन क्रॉस सेक्शन एरिया in the given time interval। now मान लो कि असी जड़ा है चार्ज निकालना है from 0 to 20 सेकंड। असी पूरे 20 सेकंड का जड़ा है चार्ज निकालना चाहते हैं। 0 to 20 सेकंड का असी चार्ज निकालना है तो असी किस तरह निकालांगे? now आओ इसनू देखते हैं। Charge is given by area under graph I and T। करंट के टाइम च ओदा एरिया निकालो। नाउ 0 तो 20 तक जाना है। साडे को देखो पहला जाने 0 तो 5 तक। साडे को एक ट्राइएंगल बन गई। ट्राइएंगल का एरिया निकालांगे पहला असी 0 to 5 तक। ट्राइएंगल का एरिया 1/2 मल्टीप्लाई बाय बेस। ट्राइएंगल का एरिया फॉर्मूला होता है
मैं इसे लिख देना 1/2, फिर आ जाएगा बेस मल्टीप्लाई बाय आल्टीट्यूड। नाउ 1/2 मल्टीप्लाई बाय बेस कितना है साडे कोल, यह आ गया 5। नाउ आल्टीट्यूड इहदा कितना है साडे कोल 20 गिवन है, यह आ गया साडे कोल 1/2 × 5 × 20 प्लस असी जाना है पूरे 20 सैकंड का एरिया निकालना है। हुण असी निकालांगे 5 to 15। हुण जिहड़ी आ डायग्राम है यह रैक्टेंगल है, रैक्टेंगल का एरिया किस तरह निकालते हैं, लेंथ नू ब्रैथ नाल मल्टीप्लाई करिए। नाउ व्हाट इज द लेंथ, इथे 5 है इथे 15 है, तो साडी जिहड़ी लेंथ हो जाएगी साडे कोल 10 आएगी। 15 टोटल ए 5, असी सिर्फ इन्हां ने चाहते हैं टोटल विचों 5 माइनस कर दो, साडे कोल आ जाएगा 10। आ गई लेंथ ते ए आ जाएगी ओदी ब्रैथ आ जाएगी साडे कोल कितनी आ गई, अगेन इट इज इक्वल टू 20 प्लस अगेन वी हैव दिस एरिया, इट इज आल्सो ए ट्रायंगल। ट्रायंगल दा एरिया 1/2 इंटू बेस कितना आएगा अपने आप कैलकुलेट करो। हेयर इज 15, हेयर इज 20, फाइनल चो इनिशियल माइनस कर दो, साडे कोल कितना आएगा 5। बेस की वैल्यू आ गई 5 मल्टीप्लाई बाय, नाउ दिस इज द आल्टीट्यूड। आल्टीट्यूड जिहड़ा है वो फिक्स ही है, साडे कोल आ गया 20। 2 नूं इधर कैंसल किया 10, इथों भी 2 ना असीं कैंसल कर दिता, साडे कोल आ गया 10। नाउ 10 5 जा 50 प्लस ए साडे कोल आ गया 200, इधर आ गया साडे कोल प्लस, फिर साडे कोल आ गया 10 इंटू मल्टीप्लाई बाय 5 50 एंड दिस विल बी इक्वल टू 300 कूलम। जे आ करंट अंपीयर च है ਉਹਦੇ ਅਕੋਰਡਿੰਗ ਟਾਈਮ ਸੈਕंड ਚ ਹੈ ਤੇ ਸਾਡਾ ਚਾਰਜ ਆ ਜਾਏਗਾ 300 ਕੂਲਮ। ਇਸ ਤਰ੍ਹਾਂ ਤੁਸੀਂ ਗ੍ਰਾਫ ਤੋਂ ਵੀ ਚਾਰਜ ਜਿਹੜਾ ਹੈ ਫਲੋਇੰਗ ਨਿਕਾਲ ਸਕਦੇ ਹੋ। ਨਾਓ ਇਹ ਸੀਗੇ ਸਾਡੇ ਜਿਹੜੇ ਕੁਝ ਇੰਪੋਰਟੈਂਟ ਪੁਆਇੰਟਸ ਜਿਹਦੇ ਥਰੂ ਤੁਸੀਂ ਜਿਹੜਾ ਹੈ ਕਰੰਟ ਨਿਕਾਲ ਸਕਦੇ ਹੋ। ਅਸੀਂ ਕਿਹੜੇ ਕਿਹੜੇ ਫਾਰਮੂਲੇ ਪੜ੍ਹੇ, एक याद रखना है कि I is equal to Q by T. It can be written as NE by T. Now this is a one number of electron निकालने होन, जे इलेक्ट्रॉन की गल करिए किसी ऑर्बिट विच E by capital T के अकॉर्डिंग निकाल सकते हो। T is the time period, जे टाइम पीरियड नहीं गिवन साढ़े को फ्रीक्वेंसी गिवन है ਤੇ 1/t ਨੂੰ ਅਸੀਂ ਜਿਹੜਾ ਹੈ ਫ੍ਰੀਕੁਐਂਸੀ ਵੀ ਲਿਖ ਸਕਦੇ ਹਾਂ। ਦਿਸ ਇਜ਼ ਦਾ ਫਾਰਮੂਲਾ ਤੇ ਫ੍ਰੀਕੁਐਂਸੀ ਕੀ ਦੇ ਇਕੁਅਲ ਹੈ 1/t ਟਾਈਮ ਪੀਰੀਅਡ ਦਾ ਰੈਸੀਪ੍ਰੋਕਲ। ਫ੍ਰੀਕੁਐਂਸੀ ਦੀ ਪਹਿਚਾਨ ਰੈਵੋਲੂਸ਼ਨ ਪਰ ਸੈਕੰਡ, ਤੇ ਜੇ ਰੈਵੋਲੂਸ਼ਨ ਪਰ ਮਿੰਟ ਦਿੱਤਾ ਹੋਵੇ ਤਾਂ ਉਹਨੂੰ ਪਰ ਸੈਕੰਡ ਵਿੱਚ ਕਨਵਰਟ ਕਰਨਾ ਹੈ। ਇਸ ਤੋਂ ਇਲਾਵਾ ਵੈਲੋਸਿਟੀ ਨਿਕਾਲਣੀ ਹੋਵੇ, ऑर्बिट ਦੇ ਵਿੱਚ ਇਲੈਕਟ੍ਰੋਨ ਮੂਵ ਕਰ ਰਿਹਾ ਹੈ 2πr by capital T, ਹੋਰ ਇਸ ਨੂੰ ਅਸੀਂ ਲਿਖ ਸਕਦੇ ਹਾਂ 2πr into frequency। ਐਂਡ ਇੱਕ ਤੁਸੀਂ ਜਿਹੜਾ ਹੈ ਨੂਮੈਰੀਕਲ ਹੁਣੇ ਪੜਿਆ ਕਿ ਚਾਰਜ ਤੇ ਕਰੰਟ ਤੇ ਟਾਈਮ ਦੇ ਵਿੱਚ ਸਾਡੇ ਕੋਲ ਜਿਹੜਾ ਗ੍ਰਾਫ ਹੋਵੇ ਕਰੰਟ ਟਾਈਮ ਦੇ ਤੇ ਉਹਦਾ ਏਰੀਆ ਕੱਢ ਲਓ ਗ੍ਰਾਫ ਦਾ, ਤੇ ਸਾਨੂੰ ਜਿਹੜਾ ਹੈ ਉਹ ਚਾਰਜ ਬਾਰੇ ਜਿਹੜਾ ਹੈ ਉਹ ਨੌਲੇਜ ਮਿਲ ਜਾਂਦੀ ਹੈ। ਨਾਓ ਆਈ ਹੋਪ ਕਿ ਤੁਹਾਨੂੰ ਪਹਿਲਾਂ ਇਹ ਸਾਰੇ ਫਾਰਮੂਲੇ ਆਣਗੇ। ਇਹਨਾਂ ਫਾਰਮੂਲਿਆਂ ਨੂੰ ਦੇਖ ਕੇ ਨਾਓ ਯੂ ਕੈਨ ਸੋਲਵ ਦੀ ਨੂਮੈਰੀਕਲ ਪ੍ਰੋਬਲਮ ਔਨ ਕਰੰਟ ਓਨਲੀ। ਸਿਰਫ ਕਰੰਟ ਵਾਲਾ ਜਿਹੜਾ ਪਾਰਟ ਹੈ ਉਹਦੇ ਉੱਤੇ ਜਿਹੜੇ ਨੂਮੈਰੀਕਲ ਤੁਸੀਂ ਬੜੇ ਈਜ਼ੀਲੀ ਜਿਹੜਾ ਹੈ ਨਿਕਾਲ ਸਕਦੇ ਹੋ। ਸਾਨੂੰ ਇੰਨਾ ਵੀ ਪਤਾ ਲੱਗ ਜਾਏਗਾ ਕਿ ਕਰੰਟ ਸਾਡਾ ਵੇਰੀਏਬਲ ਹੈ ਕਿ ਟਾਈਮ ਵੇਰਿੰਗ ਹੈ ਕਿ ਸਟੈਡੀ ਕਰੰਟ ਹੈ। ਉਹਦੇ ਅਕੋਰਡਿੰਗ ਸਾਨੂੰ ਥੋੜੀ ਜੀ ਡਿਫਰੈਂਸ਼ੀਏਸ਼ਨ ਦੀ ਜਿਹੜੀ ਹੈ ਪ੍ਰੈਕਟਿਸ ਕਰਨ ਦੀ ਲੋੜ ਹੈ। ਨਾਓ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਕਰੰਟ ਡੈਂਸਿਟੀ ਬਾਰੇ ਜਿਹੜਾ ਹੈ ਆਪਾਂ ਡਿਸਕਸ ਕਰਨਾ ਹੈ ਕਿ ਵਾਟ ਇਜ਼ ਕਰੰਟ ਡੈਂਸਿਟੀ। ਇਟ ਇਜ਼ ਏ ਵੈਕਟਰ ਕੁਆਂਟਿਟੀ। ਕਰੰਟ ਸਕੇਲਰ ਕੁਆਂਟਿਟੀ ਸੀ, ਕਰੰਟ ਡੈਂਸਿਟੀ ਵੈਕਟਰ ਹੈ। ਉਹ ਅਸੀਂ ਜਿਹੜਾ ਹੈ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਥੈਂਕ ਯੂ।